ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਆਪਣੇ ਹੀ ਮੰਤਰੀ ਡਾਕਟਰ ਵਿਜੇ ਸਿੰਗਲਾ ਦੇ ਖਿਲਾਫ ਵੱਡੀ ਕਾਰਵਾਈ ਹੋਈ ਹੈ। ਕਰਪਸ਼ਨ ਦੇ ਚਾਰजेस ਲੱਗੇ ਨੇ, ਜਿਸ ਤੋਂ ਬਾਅਦ ਵਿਜੇ ਸਿੰਗਲਾ ਨੂੰ ਡਿਸਮਿਸ ਕਰ ਦਿੱਤਾ ਗਿਆ ਹੈ। ਫਿਲਹਾਲ ਵਿਜੇ ਸਿੰਗਲਾ ਪੁਲਿਸ ਦੀ ਹਿਰਾਸਤ 'ਚ ਨੇ ਤੇ ਮਾਮਲਾ ਕੀ ਹੈ ਪੂਰਾ ਗੱਲਬਾਤ ਕਰਾਂਗੇ। ਸਾਡੇ ਨਾਲ ਆਮ ਆਦਮੀ ਪਾਰਟੀ ਪੰਜਾਬ ਦੇ ਸਪੋਕਸਪਰਸਨ ਮਾਲਵਿੰਦਰ ਸਿੰਘ ਕੰਗ ਮੌਜੂਦ ਨੇ। ਕੰਗ ਸਾਹਿਬ, ਬੜੀ ਇਸ ਵੇਲੇ ਸਭ ਤੋਂ ਵੱਡੀ ਖਬਰ ਹੈ, ਚਰਚਾ ਦੇ ਵਿੱਚ ਨੇ ਡਾਕਟਰ ਵਿਜੇ ਸਿੰਗਲਾ ਜਿਨ੍ਹਾਂ ਨੂੰ ਡਿਸਮਿਸ ਕਰ ਦਿੱਤਾ ਗਿਆ ਸਰਕਾਰ ਵੱਲੋਂ। ਲੋਕ ਇਹ ਜਾਣਨਾ ਚਾਹੁੰਦੇ ਨੇ ਕਿ ਐਕਚੁਅਲ ਕਾਰਨ ਕੀ ਸੀ, ਧਿਆਨ 'ਚ ਕਦੋਂ ਆਇਆ, ਸਰਕਾਰ ਦੇ ਪਾਰਟੀ ਦੇ ਕਦੋਂ ਧਿਆਨ 'ਚ ਆਇਆ, ਤੇ ਇਹੋ ਜਿਹੀ ਕੀ ਸੀਰੀਅਸ ਐਲੀਗੇਸ਼ਨ ਸੀ ਜਿਸ ਕਾਰਨ ਭਗਵੰਤ ਮਾਨ ਸਾਹਿਬ ਨੂੰ ਆਪਣੇ ਮੰਤਰੀ ਦੇ ਖਿਲਾਫ ਵੱਡੀ ਕਾਰਵਾਈ ਕਰਨੀ ਪਈ। ਨਹੀਂ ਦੇਖੋ, ਤੁਸੀਂ ਆਮ ਆਦਮੀ ਪਾਰਟੀ ਦੀ ਜਦੋਂ ਪਿਛੋਕੜ 'ਤੇ ਝਾਤੀ ਮਾਰਦੇ ਹੋ ਤਾਂ ਜਦੋਂ ਅਰਵਿੰਦ ਕੇਜਰੀਵਾਲ ਜੀ ਦਿੱਲੀ ਦੇ ਮੁੱਖ ਮੰਤਰੀ ਬਣਦੇ ਆ 2014 'ਚ, 15 'ਚੋਂ ਇੱਕ ਮੰਤਰੀ ਆਪਣੇ ਨੂੰ ਬਰਖਾਸਤ ਕਰ ਦਿੰਦੇ ਆ। ਉਸ 'ਤੇ ਵੀ ਇਸ ਤਰ੍ਹਾਂ ਕਰਪਸ਼ਨ ਦੇ ਚਾਰजेस ਸੀ। ਬੇਸਿਕਲੀ ਆਮ ਆਦਮੀ ਪਾਰਟੀ ਨੂੰ ਲੋਕ ਪਸੰਦ ਹੀ ਤਾਂ ਕਰਦੇ ਆ ਵੀ ਆਮ ਆਦਮੀ ਪਾਰਟੀ ਕਰਪਸ਼ਨ ਦੇ ਖਿਲਾਫ ਜ਼ੀਰੋ ਟੋਲਰੈਂਸ ਜਿਹੜੀ ਉਹਨਾਂ ਦੀ ਪਾਲਿਸੀ ਆ ਔਰ 'ਤੇ ਅਮਲ ਵੀ ਕਰਦੀ ਹੈ। ਭਾਈ ਭਤੀਜਾਵਾਦ ਨਹੀਂ ਕਰਦੀ, ਫੇਵਰਿਜ਼ਮ ਨਹੀਂ ਕਰਦੀ, ਪਰਿਵਾਰਵਾਦ ਨੂੰ ਬੜਾਵਾ ਨਹੀਂ ਦਿੰਦੀ। ਸੋ ਪੰਜਾਬ ਦੇ ਲੋਕਾਂ ਦੀ, ਜਿਹੜੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਮਾਨਯੋਗ ਭਗਵੰਤ ਸਿੰਘ ਮਾਨ ਹੋਣਾ ਦੀ, ਉਹਨਾਂ ਦੀ ਪੰਜਾਬ ਦੇ ਲੋਕਾਂ ਨਾਲ ਕਮਿਟਮੈਂਟ ਹੈ ਔਰ ਪੰਜਾਬ ਦੇ ਲੋਕਾਂ ਦੀਆਂ ਉਹਨਾਂ ਤੋਂ ਉਮੀਦਾਂ ਹੀ ਬੜੀਆਂ। ਸੋ ਉਸ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਮਾਨ ਸਾਹਿਬ ਨੇ ਅੱਜ ਆਪਣੇ ਸੀਨੀਅਰ ਵਜ਼ੀਰ ਵਿਜੇ ਸਿੰਗਲਾ ਜੀ, ਜਿਹੜੇ ਕਿ ਹੈਲਥ ਮਿਨਿਸਟਰ ਸੀ ਔਰ ਜਿਨ੍ਹਾਂ 'ਤੇ ਪਿਛਲੇ ਦਿਨਾਂ 'ਚ ਮਾਨ ਸਾਹਿਬ ਨੂੰ ਕੁਝ ਸ਼ਿਕਾਇਤਾਂ ਮਿਲੀਆਂ ਸੀ, ਉਹਨਾਂ ਦੇ ਡਿਪਾਰਟਮੈਂਟ ਦੇ ਕੁਝ ਟੈਂਡਰਾਂ ਨਾਲ ਰਿਲੇਟਡ 1% ਕਮਿਸ਼ਨ ਦੀ ਗੱਲ ਹੋਈ ਸੀ ਔਰ ਮਾਨ ਸਾਹਿਬ ਨੇ ਘੋਖ ਕਰਾਈ ਉਸ ਸਾਰੇ ਵਿਸ਼ੇ ਦੀ, ਉਸ ਸ਼ਿਕਾਇਤ ਦੀ, ਉਸ ਜਿਹੜੀ ਉਹਨਾਂ ਦੀ ਕੰਪਲੇਂਟ ਸੀ। ਉਸ ਤੋਂ ਬਾਅਦ ਜਦੋਂ ਇਹ ਸਬੂਤ ਆ ਗਏ ਔਰ ਈਵਨ ਵਿਜੇ ਜੀ ਨੇ ਕਬੂਲਨਾਮਾ ਵੀ ਕੀਤਾ ਹੈ ਮਾਨ ਸਾਹਿਬ ਕੋ ਕਿ ਗਲਤੀ ਹੋਈ ਹੈ, ਉਸ ਤੋਂ ਬਾਅਦ ਮਾਨਯੋਗ ਮੁੱਖ ਮੰਤਰੀ ਜੀ ਨੇ ਐਕਸ਼ਨ ਲਿਆ ਔਰ ਉਹਨਾਂ ਨੂੰ ਬਰਖਾਸਤ ਵੀ ਕੀਤਾ ਹੈ ਅਤੇ ਕਾਨੂੰਨੀ ਕਾਰਵਾਈ ਦੇ ਜਿਹੜੇ ਆਦੇਸ਼ ਵੀ ਜਾਰੀ ਕਰਤੇ। ਐਕਚੁਅਲ ਦੇ ਵਿੱਚ ਕਦੋਂ ਧਿਆਨ 'ਚ ਆ ਗਿਆ ਸੀ, ਕਿੰਨਾ ਸਮਾਂ ਹੋ ਚੁੱਕਿਆ ਸੀ? ਕਿਉਂਕਿ ਗੱਲ ਹੈ ਜਿਹੜੀ ਬਾਹਰ ਨਹੀਂ ਆਉਣ ਦਿੱਤੀ, ਬਿਲਕੁਲ ਅੱਜ ਹੀ ਪਤਾ ਲੱਗਿਆ ਜਦੋਂ ਸੀਐਮ ਸਾਹਿਬ ਨੇ ਖੁਦ ਦੱਸਿਆ ਕਿ ਇਸ ਤਰ੍ਹਾਂ ਦੇ ਸ਼ਿਕਾਇਤਾਂ ਆ ਰਹੀਆਂ ਸੀ ਤੇ ਕਾਰਵਾਈ ਕੀਤੀ ਗਈ ਹੈ। ਪਰ ਕਦੋਂ ਇਹ ਸਾਰਾ ਜਿਹੜਾ ਘੋਖ ਪੜਤਾਲ ਜਾਰੀ ਸੀਗੀ ਤੇ ਕੀ ਪਾਰਟੀ ਦੇ ਕਿਸੇ ਹੋਰ ਸ਼ਖਸ ਨੂੰ ਪਤਾ ਸੀ ਇਹਦੇ ਬਾਰੇ? ਦੇਖੋ, ਸਰਕਾਰ ਬਣੀ ਨੂੰ ਵੀ ਹਜੇ 2 ਮਹੀਨੇ ਹੀ ਹੋਏ ਆ ਔਰ ਪਿਛਲੇ 5-7 ਦਿਨਾਂ ਤੋਂ ਮਾਨ ਸਾਹਿਬ ਨੂੰ ਕੁਝ ਸ਼ਿਕਾਇਤਾਂ ਮਿਲੀਆਂ ਸੀ 5-10 ਦਿਨ ਪਹਿਲਾਂ। ਐਕਚੁਅਲ 'ਚ ਕੀ ਆ ਵੀ ਹੈਲਪਲਾਈਨਾਂ ਔਰ ਕਰਪਸ਼ਨ ਨੂੰ ਲੈ ਕੇ ਪਿਛਲੀਆਂ ਸਰਕਾਰਾਂ ਵੀ ਦਾਅਵੇ ਤਾਂ ਬੜੀਆਂ ਕਰਦੀਆਂ ਸੀ, ਪਰ ਜਦੋਂ ਸੱਤਾ 'ਚ ਆ ਜਾਂਦੇ ਸੀ ਉਦੋਂ ਨਾ ਸਿਰਫ ਕਰਪਸ਼ਨ ਕਰਨ ਵਾਲਿਆਂ ਨੂੰ ਬਚਾਉਂਦੇ ਸੀ, ਬਲਕਿ ਕਰਪਸ਼ਨ 'ਚ ਆਪ ਇਨਵੋਲਵ ਵੀ ਹੋ ਜਾਂਦੇ ਸੀ। ਜੇ ਮਾਨ ਸਾਹਿਬ ਦੀ ਇੰਟੈਂਸ਼ਨ ਵੀ ਅਗਰ ਉਸ ਤਰ੍ਹਾਂ ਦੀ ਹੁੰਦੀ ਤਾਂ ਉਹ ਵੀ ਇਹਦੇ 'ਤੇ ਪਰਦਾ ਪਾ ਸਕਦੇ ਸੀ, ਕੋਈ ਵੱਡੀ ਗੱਲ ਨਹੀਂ ਹੁੰਦੀ। ਜਿਸ ਤਰ੍ਹਾਂ ਤੁਸੀਂ ਆਪ ਹੀ ਦੱਸੇ, ਪਤਾ ਤਾਂ ਲੱਗਣ ਹੀ ਨਹੀਂ ਦਿੱਤਾ। ਲੇਕਿਨ ਮਾਨ ਸਾਹਿਬ ਦੀ ਜਿਹੜੀ ਜਦੋਂ ਰਾਜਨੀਤੀ 'ਤੇ ਤੁਸੀਂ ਪੂਰੀ ਝਾਤੀ ਮਾਰਦੇ ਹੋ ਤਾਂ ਉਹਨਾਂ ਦਾ ਜਿਹੜਾ ਪੋਲੀਟੀਕਲ ਕਿਰਦਾਰ ਹੈ ਉਹ ਇਹੀ ਰਿਹਾ ਹੈ, ਉਹ ਇੱਕ ਕਮਿਸ਼ਨ 'ਤੇ ਹੀ ਕੰਮ ਕਰ ਰਿਹਾ, ਕਮਿਸ਼ਨ 'ਤੇ ਨਹੀਂ ਕਰ ਰਿਹਾ। ਇਸੇ ਕਰਕੇ ਉਹ ਰਾਜਨੀਤੀ 'ਚ ਨਹੀਂ, ਤੇ ਪਬਲਿਸ਼ ਫੇਮ ਦੀ ਔਰ ਪੈਸੇ ਦੀ ਤੇ ਉਹਨਾਂ ਨੂੰ ਪਹਿਲਾਂ ਉਹਨਾਂ ਦੇ ਪਿੱਛੇ 'ਚ ਕਮੀ ਨਹੀਂ ਸੀ। ਸੋ ਉਹਨਾਂ ਨੇ ਬੜੀ ਗੰਭੀਰਤਾ ਨਾਲ ਐਲੀਗੇਸ਼ਨਸ ਨੂੰ ਲਿਆ ਔਰ ਉੱਤੇ ਥਰੋਰਲ ਇਨਕੁਆਇਰੀ ਵੀ ਕਰਵਾਈ ਔਰ ਜਦੋਂ ਪ੍ਰੂਵ ਆ ਗਏ ਉਹਨਾਂ ਨੇ ਇਸ 'ਤੇ ਐਕਸ਼ਨ। ਗੱਲ ਇਹ ਆ ਵੀ ਸਰਕਾਰ ਦਾ ਇਹ ਮਨਸ਼ਾ ਕਿਸ ਤਰ੍ਹਾਂ ਦੀ ਹੈ। ਸਰਕਾਰ ਇਹ ਨਾ ਹੋਵੇ ਵੀ ਤੁਹਾਡਾ ਮਿਨਿਸਟਰ ਜਾਂ MLA ਉਦੋਂ ਤੁਸੀਂ ਕਿਤੇ ਪਰਦੇ ਪਾਉਣ ਲੱਗ ਜਾਓ, ਤਾਂ ਉਸ ਕੋਈ MLA ਹੋਵੇ, ਮੰਤਰੀ ਹੋਵੇ, ਲੀਡਰ ਹੋਵੇ, ਛੋਟਾ ਵੱਡਾ, ਜ਼ੀਰੋ ਟੋਲਰੈਂਸ ਪਾਲਿਸੀ ਹੈ ਜਿਹੜੀ ਮਾਨ ਸਾਹਿਬ ਦੀ ਸਰਕਾਰ ਦੀ। ਉਸ 'ਤੇ ਹੀ ਉਹਨਾਂ ਨੇ ਉਸ ਪਰੰਪਰਾ ਨੂੰ ਅੱਗੇ ਵਧਾਇਆ, ਉਸ 'ਤੇ ਅਮਲ। ਜਿਸ ਤਰ੍ਹਾਂ ਕੇਜਰੀਵਾਲ ਜੀ ਨਹੀਂ ਕਹਿੰਦੇ ਕੱਟੜ ਇਮਾਨਦਾਰ ਵਾਲੀ, ਉਹ ਕੱਟੜ ਇਮਾਨਦਾਰ ਦੀ ਰਿਫਲੈਕਸ਼ਨ ਜਿਹੜੀ ਆ ਉਹਦਾ ਪਰਚਾ ਅੱਜ ਮਾਨ ਸਾਹਿਬ ਨੇ ਦਿੱਤਾ। ਕੰਗ ਸਾਹਿਬ, ਹੁਣ ਤੁਹਾਨੂੰ ਧਿਆਨ 'ਚ ਆ ਰਿਹਾ, ਕੋਈ ਪਤਾ ਲੱਗ ਗਿਆ ਪੂਰਾ ਮਾਮਲਾ ਸੀ ਕਿ ਕੰਪਲੇਨੈਂਟ ਕੌਣ ਸੀ ਤੇ ਐਕਚੁਅਲ ਕੀ ਐਲੀਗੇਸ਼ਨਸ ਲੱਗੇ ਸੀਗੇ? ਨਹੀਂ, ਐਲੀਗੇਸ਼ਨ ਉਹਨਾਂ 'ਤੇ ਸੀਗੇ, ਉਹਨਾਂ ਦੇ ਡਿਪਾਰਟਮੈਂਟ ਨਾਲ ਰਿਲੇਟਡ ਕੁਝ ਟੈਂਡਰ ਜਿਹੜੇ ਨਿਕਲੇ ਸੀ ਉਹਨਾਂ 'ਚ 1% ਕਮਿਸ਼ਨ ਦੀ ਉਹਨਾਂ ਨੇ ਗੱਲ ਕੀਤੀ ਸੀ। ਕਮਿਸ਼ਨ ਚਾਹੇ 1% ਹੋਵੇ ਜਾਂ 50% ਹੋਵੇ, ਕਰਪਸ਼ਨ ਤੇ ਕਰਪਸ਼ਨ ਹੈ। ਔਰ ਜਦੋਂ ਤੁਹਾਡੀ ਸਰਕਾਰ ਦੀ ਨੀਅਤ, ਤੁਹਾਡੇ ਮੁਖੀਏ ਦੀ ਨੀਤੀ ਸਾਫ਼ ਹੈ, ਜ਼ੀਰੋ ਟੋਲਰੈਂਸ ਪਾਲਿਸੀ ਹੈ, ਔਰ ਇਸ ਤੋਂ ਵੀ ਇਲਾਵਾ ਵੀ ਪੰਜਾਬ ਔਰ ਮੁਲਕ ਦੇ ਲੋਕ ਆਮ ਆਦਮੀ ਪਾਰਟੀ ਤੋਂ ਤਵੱਕੋ ਵੀ ਇਹੀ ਰੱਖਦੇ ਆ, ਤਾਂ ਹੀ ਸਾਡਾ ਤੇ ਰਿਵਾਇਤੀ ਪਾਰਟੀਆਂ ਦੀ ਰਾਜਨੀਤੀ ਦਾ ਫਰਕ ਹੈ। ਉਹ ਫਰਕ ਨੂੰ ਅੱਜ ਉਹਨਾਂ ਨੇ ਦਰਸਾਤਾ। ਔਰ ਮੈਂ ਤੁਹਾਨੂੰ ਥੋੜ੍ਹਾ ਜਿਹਾ ਹੋਰ ਪਿੱਛੇ ਲੈ ਜਾਵਾਂ, ਜਦੋਂ ਇਹ ਮਾਨ ਸਾਹਿਬ ਨੇ ਕੈਬਨਿਟ ਬਣਾਈ ਵੀ ਨਹੀਂ ਸੀ ਅਜੇ,
ਉਦੋਂ ਵੀ ਮਾਨ ਸਾਹਿਬ ਨੇ ਔਰ ਮਾਨਯੋਗ ਕੇਜਰੀਵਾਲ ਜੀ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਆ ਔਰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਹੋਣਾ ਨੇ ਔਨ ਲਾਈਵ ਹੋ ਕੇ ਆਪਣੇ ਐਮਐਲਏ ਨੂੰ ਸਖਤ ਹਦਾਇਤ ਦੇ ਦਿੱਤੀ ਸੀ, ਅਗਾਹ ਕਰਤਾ ਸੀ ਵੀ ਨਾ ਤੇ ਕਰਪਸ਼ਨ ਨੂੰ ਲੈ ਕੇ ਜਾਂ ਤੁਹਾਡੇ ਤੇ ਕੋਈ ਉਂਗਲੀ ਉੱਠੀ ਤੇ ਅਸੀਂ ਤੁਹਾਨੂੰ ਬਖਸ਼ਣਾ ਨਹੀਂ। ਸੋ ਅੱਜ ਰਿਜ਼ਲਟ ਸਾਹਮਣੇ ਆ ਔਰ ਮੈਨੂੰ ਲੱਗਦਾ ਹੈ ਵੀ ਬਹੁਤ ਟਾਈਮ ਬਾਅਦ ਪੰਜਾਬ ਨੂੰ ਇੱਕ ਜਵਾਬਦੇਹੀ ਵਾਲੀ ਔਰ ਇਮਾਨਦਾਰ ਸਰਕਾਰ ਮਿਲੀ ਹੈ। ਮੈਂ ਉਹੀ ਗੱਲ ਕਰ ਰਿਹਾ ਸੀ, ਜਿਵੇਂ ਤੁਸੀਂ ਦੱਸਿਆ ਕਿ ਸਟਾਰਟਿੰਗ ਦੇ ਵਿੱਚ ਭਗਵੰਤ ਮਾਨ ਜਦੋਂ ਐਡਰੈਸ ਕਰ ਰਹੇ ਸੀ ਸਾਰੇ ਐਮਐਲਏਜ਼ ਨੂੰ, ਅਰਵਿੰਦ ਕੇਜਰੀਵਾਲ ਜੀ ਦਿੱਲੀ ਤੋਂ ਜੁੜੇ ਸੀ, ਉਦੋਂ ਅਰਵਿੰਦ ਕੇਜਰੀਵਾਲ ਨੇ ਇਹੀ ਇਸ਼ਾਰਾ ਕੀਤਾ ਸੀਗਾ ਕਿ ਪਿਛਲੇ ਸਮੇਂ ਦੇ ਵਿੱਚ ਦਿੱਲੀ ਦੇ ਵਿੱਚ ਜਿਨ੍ਹਾਂ ਦਾ ਵੀ ਕੰਮਕਾਰ 'ਚ ਸਾਨੂੰ ਲੱਗਿਆ ਕਿ ਕੋਈ ਨਾ ਕੋਈ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਉਂਦੀ ਹੈ ਵੀ ਠੀਕ ਨਹੀਂ ਕੰਮ ਕਰ ਰਹੇ, ਤਾਂ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਂਦਾ ਹੈ। ਇਹ ਨਾ ਸੋਚੋ ਕਿ ਜੋ ਮੰਤਰੀ ਬਣ ਗਏ ਉਹ ਹਮੇਸ਼ਾ ਮੰਤਰੀ ਰਹਿਣਗੇ। ਪਰ ਉਹੀ ਸਵਾਲ ਹੈ ਜੀ, ਫਿਰ ਵੀ ਐਡਾ ਜਿਗਰਾ ਉਹਨਾਂ ਦਾ ਕਿਵੇਂ ਪੈ ਗਿਆ? ਐਕਚੁਅਲ 'ਚ ਕੀ ਆ ਹੁੰਦਾ ਰਿਹਾ ਅੱਜ ਤੱਕ ਵੀ ਸਰਕਾਰਾਂ ਚਾਹੇ ਬਾਦਲ ਸਾਹਿਬ ਦੀ ਵੀ ਬਣੀ ਆ ਕਾਂਗਰਸ ਦੀਆਂ ਵੀ ਬਣੀਆਂ, ਉਹ ਐਮਐਲਏ ਐਮਪੀ ਜਾਂ ਮਿਨਿਸਟਰ ਨੂੰ ਤਾਂ ਛੱਡੋ ਤੇ ਜਿਹੜੇ ਉਹਨਾਂ ਦੇ ਕਰਿੰਦੇ ਉਹਨਾਂ ਨੂੰ ਵੀ ਬਚਾ ਲੈਂਦੇ ਸੀ, ਬਲਕਿ ਪੈਟਰੋਨੇਜ ਕਰਦੇ ਸੀ, ਹਿੱਸੇਦਾਰੀ ਬਣਾ ਲੈਂਦੇ ਸੀ। ਇਹਨਾਂ ਨੇ ਤੇ ਆਪਣੀਆਂ ਰਿਆਸਤਾਂ ਖੜੀਆਂ ਕੀਤੀਆਂ ਸੀ ਵੀ ਇੰਨਾ ਹਿੱਸਾ ਆਸ ਏਰੀਆ ਤੇਰਾ, ਇੱਥੇ ਤੂੰ ਲੁੱਟ ਸੁੱਟ ਕਰ। ਸੋ ਉਹ ਜਿਹੜੇ ਪੀੜ੍ਹੀ ਦਰ ਪੀੜ੍ਹੀ ਲੀਡਰ ਰਹੇ ਆ ਪੰਜਾਬ 'ਚ ਰਾਜ ਕਰਦੇ ਰਹੇ, ਜਿਹੜੇ ਅਰਬਾਂ ਖਰਬਾਂ ਪਤੀ, ਉਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਇਸ ਵਾਰ ਬਾਹਰ ਦਾ ਰਸਤਾ ਦਿਖਾਇਆ ਤੇ ਇੱਕ ਆਮ ਸਧਾਰਨ ਪਰਿਵਾਰ ਦੇ ਨੌਜਵਾਨ ਨੂੰ ਮੌਕਾ ਦਿੱਤਾ ਹੈ। ਸੋ ਪੰਜਾਬ ਦੇ ਲੋਕਾਂ ਦੀਆਂ ਵੀ ਉਮੀਦਾਂ ਮਾਨ ਸਾਹਿਬ ਤੋਂ ਬਹੁਤ ਨੇ। ਇਸੇ ਕਰਕੇ ਇੱਕ ਬਹੁਤ ਵੱਡੀ ਤਬਦੀਲੀ ਪੰਜਾਬ 'ਚ ਆਈ ਆ ਵੀ ਇਹ ਕੁਛ ਚੰਗਾ ਕਰਨਗੇ ਔਰ ਪੰਜਾਬ ਨੂੰ ਲੋੜ ਹੈ ਅੱਜ ਇਮਾਨਦਾਰ ਸਰਕਾਰ ਦੀ। ਔਰ ਇਸੇ ਕਰਕੇ ਹੀ ਉਹਨਾਂ ਨੇ ਕਿਹਾ ਸੀ ਵੀ ਕਿਸੇ ਵੀ ਐਮਐਲਏ ਮੰਤਰੀ ਤੇ ਕੋਈ ਉਂਗਲ ਉੱਠੀ ਤੇ ਅਸੀਂ ਬਖਸ਼ਣਾ ਨਹੀਂ ਹੈ, ਤੇ ਉਹ ਬਖਸ਼ਿਆ ਵੀ ਨਹੀਂਗਾ। ਸੋ ਉਹ ਸਪਸ਼ਟ ਜੀ ਗੱਲ ਹੈ ਵੀ ਜਿਹੜੀ ਪੰਜਾਬ ਦੇ ਲੋਕਾਂ ਨਾਲ ਕਮਿਟਮੈਂਟ ਹੈ ਮਾਨ ਸਾਹਿਬ ਦੀ, ਉਹ ਕਮਿਟਮੈਂਟ ਉਹਨਾਂ ਨੇ ਦਰਸਾ ਦਿੱਤੀ। ਕਾਂਗਰਸ ਸਾਹਿਬ, ਇੱਕ ਵਿਰੋਧੀਆਂ ਵੱਲੋਂ ਜਦੋਂ ਸਰਕਾਰ ਬਣ ਚੁੱਕੀ ਸੀ, 92 ਵਿਧਾਇਕ ਬਣੇ, ਬਹੁਤ ਵੱਡਾ ਮੈਂਡੇਟ ਸੀ, ਉਦੋਂ ਵਿਰੋਧੀਆਂ ਵੱਲੋਂ ਇੱਕ ਪੁਆਇੰਟ ਬੜਾ ਚੱਕਿਆ ਗਿਆ ਸੀਗਾ ਕਿ 92 ਵਿੱਚੋਂ ਬਹੁਤ ਸਾਰੇ ਤਕਰੀਬਨ 40 ਤੋਂ 50% ਐਮਐਲਏਜ਼ ਇਹੋ ਜਿਹੇ ਨੇ ਜਿਨ੍ਹਾਂ ਦਾ ਕ੍ਰਿਮੀਨਲ ਬੈਕਗਰਾਊਂਡ ਹੈ। ਉਹ ਗੱਲ ਅਲੱਗ ਸੀਗੀ। ਉਸ ਤੋਂ ਬਾਅਦ ਚਲੋ ਜਿਨ੍ਹਾਂ ਦਾ ਨਹੀਂ ਵੀ ਸੀਗਾ, ਉਹ ਹੁਣ ਜਿਵੇਂ ਵਿਜੇ ਸਿੰਗਲਾ ਜੀ ਦਾ ਐਗਜ਼ਾਮਪਲ ਹੈਗਾ ਕਿ ਉਹਨਾਂ 'ਤੇ ਵੀ ਹੁਣ ਜਿਹੜਾ ਕੇਸ ਹੈਗਾ ਵੱਡਾ ਇੱਕ ਕੇਸ ਪੈ ਗਿਆ। ਤੇ ਇਸ ਤਰ੍ਹਾਂ ਦਾ ਕਿਉਂ ਹੈ? ਪਹਿਲਾਂ ਕਿਉਂ ਨਹੀਂ ਜਿਹੜਾ ਹੈਗਾ ਦੇਖਿਆ ਜਾਂਦਾ? ਕੱਲ ਤੁਹਾਡੇ ਪਟਿਆਲਾ ਦਿਹਾਤੀ ਤੋਂ ਜਿਹੜੇ ਵਿਧਾਇਕ ਨੇ ਉਹਨਾਂ ਨੂੰ ਵੀ ਸਜ਼ਾ ਕੋਰਟ ਵੱਲੋਂ ਸੁਣਾਈ ਗਈ। ਸੋ ਇਸ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ, ਲੱਗਦਾ ਕਿ ਪਾਰਟੀ ਦੇ ਖਿਲਾਫ ਵੀ ਜਾ ਸਕਦੇ ਨੇ ਜੋ ਸਮੀਕਰਨ। ਮੈਨੂੰ ਲੱਗਦਾ ਹੈ ਵੀ ਸਫਾਈ ਹੋ ਰਹੀ ਆ। ਦੇਖੋ ਜਿਹੜਾ ਪਟਿਆਲੇ ਵਾਲਾ ਤੁਸੀਂ ਜ਼ਿਕਰ ਕੀਤਾ ਡਾਕਟਰ ਬਲਵੀਰ ਸਿੰਘ ਉਹਨਾਂ ਦਾ, ਉਹ ਡਿਫਰੈਂਟ ਇਸ਼ੂ ਆ। ਉਹ ਇੱਕ ਕੋਈ ਪਰਿਵਾਰਿਕ ਉਹਨਾਂ ਦਾ ਝਗੜਾ ਸੀ ਜ਼ਮੀਨ ਨਾਲ ਰਿਲੇਟਡ। ਚਲੋ ਉਹ ਤੇ ਹੁਣ ਮਾਨਯੋਗ ਕੋਰਟ ਦਾ ਆਦੇਸ਼ ਆ, ਉਹ ਗਾਂ ਉਹਨਾਂ ਕੋਲ ਰਾਈਟ ਵੀ ਅਪੀਲ ਕਰਨ ਦਾ, ਉਹ ਡਿਫਰੈਂਟ ਹੈ। ਉਹਨੂੰ ਤੁਸੀਂ ਕ੍ਰਿਮੀਨਲ ਜੇ ਬੈਕਗਰਾਊਂਡ ਨਹੀਂ, ਮੈਨੂੰ ਡਾਕਟਰ ਬਲਵੀਰ ਸਿੰਘ ਦਾ ਤੇ ਕਿਰਦਾਰ ਵੇਖੀ ਔਰ ਸਮਾਜ ਸੇਵਾ 'ਚ ਔਰ ਕਿਸਾਨ ਅੰਦੋਲਨ 'ਚ ਵੀ ਉਹਨਾਂ ਦਾ ਰੋਲ ਬੜਾ ਵਧੀਆ ਰਿਹਾ ਹੈ। ਲੇਕਿਨ ਇਹ ਗੱਲ ਤੁਹਾਡੀ ਠੀਕ ਹੈ ਕਿ ਸਾਡੇ ਕੋਲ ਕਾਫੀ ਲੋਕ ਜਿਹੜੇ ਆ ਉਹ ਦੂਜੀਆਂ ਪਾਰਟੀਆਂ ਤੋਂ ਵੀ ਆਏ ਸੀ, ਇਹ 'ਚ ਕੋਈ ਦੋ ਰਾਏ ਨਹੀਂ। ਲੇਕਿਨ ਇਹ ਸਾਰੇ ਹੀ ਬੇਈਮਾਨ ਹੈ ਜਾਂ ਗਲਤ ਹੈ, ਇਹ ਵੀ ਗਲਤ ਹੈ। ਇਹ ਗੱਲ ਵੀ ਠੀਕ ਨਹੀਂ ਮੈਨੂੰ ਲੱਗਦਾ। ਕੁਛ ਤੁਸੀਂ ਜਦੋਂ ਮਾਹੌਲ ਦਿੰਦੇ ਹੋ, ਦੇਖੋ ਜਦੋਂ ਤੁਹਾਡਾ ਮੁਖੀਆ ਇਮਾਨਦਾਰ ਹੈ ਨਾ, ਪੰਜਾਬ ਦਾ ਮੁੱਖ ਮੰਤਰੀ ਜਦੋਂ ਹਿੱਸੇਦਾਰੀ ਨਹੀਂ ਰੱਖੂਗਾ, ਜਦੋਂ ਉਹਨੇ ਕੋਈ ਬੱਸਾਂ ਨਹੀਂ ਪਾਉਣੀਆਂ, ਉਹਨੇ ਹੋਟਲ ਨਹੀਂ ਖੋਲ੍ਹਣੇ, ਉਹਨੇ ਰੇਤਾ 'ਚ ਕੋਈ ਹਿੱਸੇਦਾਰੀ ਨਹੀਂ ਕਰਨੀ ਮਾਫੀਆ 'ਚ, ਤੇ ਫਿਰ ਮੈਨੂੰ ਲੱਗਦਾ ਥੱਲੇੜੇ ਲੈਵਲ 'ਤੇ ਕਿਸੇ ਦੀ ਹਿੰਮਤ ਵੀ ਨਹੀਂ ਗੀ ਜੇ ਕੋਈ ਹੋਊਗਾ ਵੀ। ਔਰ ਦੂਜੀ ਗੱਲ, ਜਿਹੜਾ ਮਾਨ ਸਾਹਿਬ ਨੇ ਅੱਜ ਐਕਸ਼ਨ ਲਿਆ, ਉਹ ਸਪਸ਼ਟ ਸੰਦੇਸ਼ ਵੀ ਚਲੇ ਗਿਆ। ਜਿਨ੍ਹਾਂ ਦੇ ਕੋਈ ਕਿੰਤੂ ਪਰੰਤੂ ਹੋਊਗੀ ਵੀ ਨਾ ਮਨ 'ਚ ਵੀ ਚਲੋ ਅਸੀਂ ਕਿਤੇ, ਉਹ ਗਲਤਫਹਿਮੀਆਂ ਵੀ ਉਹਨਾਂ ਦੀਆਂ ਦੂਰ ਹੋ ਗਈਆਂ ਵੀ ਇੱਥੇ ਸੈਟਿੰਗ ਨਹੀਂ ਹੋਣੀ। ਮਾਨ ਸਾਹਿਬ ਨੇ ਸੈਟਿੰਗ ਨਹੀਂ ਕਰਨੀ। ਮਾਨ ਸਾਹਿਬ ਦੀ ਸੈਟਿੰਗ ਪੰਜਾਬ ਦੇ ਲੋਕਾਂ ਨਾਲ ਹੈ। ਉਹ ਪੰਜਾਬ ਦੇ ਲੋਕਾਂ ਨਾਲ ਜਿਹੜੀ ਸੈਟਿੰਗ ਹੈ ਉਹ ਇਹੀ ਆ ਵੀ ਅਸੀਂ ਇਮਾਨਦਾਰ ਸਰਕਾਰ ਦੇਣੀ ਆ, ਜ਼ਿੰਮੇਵਾਰ ਸਰਕਾਰ ਦੇਣੀ ਆ, ਔਰ ਪੰਜਾਬ ਨੂੰ ਇਸ ਮੁਸ਼ਕਲ ਹਾਲਾਤ 'ਚ, ਚਾਹੇ ਉਹ ਆਰਥਿਕ ਸੰਕਟ ਹੈ, ਕਿਸਾਨੀ ਦਾ ਸੰਕਟ ਹੈ, ਜਵਾਨੀ ਦੀ ਮਾਈਗ੍ਰੇਸ਼ਨ ਦਾ ਸੰਕਟ ਹੈ, ਔਰ ਤੁਸੀਂ ਦੇਖ ਰਹੇ 2 ਮਹੀਨਿਆਂ 'ਚ ਸਰਕਾਰ ਨੇ ਉਹਦੇ ਵੱਲ ਆਪਣੇ ਕਦਮ ਵੀ ਵਧਾਏ ਆ। ਔਰ ਗਰਾਊਂਡ ਲੈਵਲ 'ਤੇ ਕੰਕਰੀਟ ਸਟੈਪ ਜਿਹਨੂੰ ਕਹਿ ਲਓ, ਚਾਹੇ ਆਪਾਂ ਕਿਸਾਨੀ ਦੇ ਇਨਸੈਂਟਿਵ ਦੀ ਗੱਲ ਹੈ, ਮੂੰਗੀ ਦੇ ਰਕਬੇ ਦੀ ਗੱਲ ਹੈ, ਨੌਕਰੀਆਂ ਦੇਣ ਦੀ ਗੱਲ ਹੈ। ਸੋ ਇਹ ਇੱਕ ਜਵਾਬਦੇਹੀ ਵਾਲੀ ਸਰਕਾਰ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਨਿਭਾ ਰਹੇ ਆ। ਔਰ ਰਾਜਨੀਤੀ ਜੇ ਮਾਨ ਸਾਹਿਬ ਦੀ ਤੁਸੀਂ ਐਜ ਏ ਮੈਂਬਰ ਪਾਰਲੀਮੈਂਟ ਵੀ ਦੇਖੋ, ਉਹਨਾਂ ਨੇ ਰਾਜਨੀਤੀ 'ਚ ਆ ਕੇ ਆਪਣਾ ਗਵਾਇਆ ਹੀ ਆ, ਕਮਾਇਆ ਕੁਛ ਨਹੀਂ ਆ। ਇਹੀ ਉਹਨਾਂ ਦਾ ਮਿਸ਼ਨ ਹੈ। ਇੱਕ ਪਿਛਲੇ ਦਿਨੀ ਐਲਾਨ ਕੀਤਾ ਗਿਆ ਸੀਗਾ ਕਿ ਮੁਹੱਲਾ ਕਲੀਨਿਕ ਹੈ ਜਿਹੜੇ ਉਹ 15 ਅਗਸਤ ਤੋਂ ਪੰਜਾਬ 'ਚ ਬਣਨੇ ਸ਼ੁਰੂ ਹੋਣਗੇ, ਕਿਉਂਕਿ ਜਿਹੜੇ ਵੀ ਪ੍ਰੀ ਪੋਲ ਪ੍ਰੋਮਿਸਿਸ ਸੀਗੇ ਪਾਰਟੀ ਦੇ, ਉਹਨਾਂ ਵਿੱਚੋਂ ਇੱਕ ਬਹੁਤ ਵੱਡਾ ਮੁਹੱਲਾ ਕਲੀਨਿਕ ਦਾ ਸੀਗਾ। ਸੋ ਇੱਕ ਪਾਸੇ ਤਾਂ ਸਿਹਤ ਵਿਭਾਗ ਹੈ ਜਿਹੜਾ ਉਹ ਕਮਰ ਕੱਸ ਰਿਹਾ ਸੀਗਾ ਕਿ ਮੁਹੱਲਾ ਕਲੀਨਿਕ ਬਣਾਉਣੇ ਆ, ਦੂਜੇ ਪਾਸੇ ਸਿਹਤ ਮੰਤਰੀ
ਪਤਾ ਲੱਗਦਾ ਕਿ ਉਹ ਆਪ ਕਰਪਸ਼ਨ ਦੇ ਵਿੱਚ ਇਨਵੋਲਵਡ ਨੇ ਤੇ ਉਹਨਾਂ 'ਤੇ ਕਾਰਵਾਈ ਹੁੰਦੀ ਹੈ। ਹੁਣ ਉਹ ਸਾਰਾ ਜੋ ਕੰਮ ਹੈ ਖਾਸ ਤੌਰ ਤੇ ਹੈਲਥ ਡਿਪਾਰਟਮੈਂਟ ਦਾ, ਉਹ ਕਿੰਨਾ ਕੁ ਅਫੈਕਟਡ ਹੋਊਗਾ ਜੀ, ਤੇ ਹੁਣ ਰਿਪਲੇਸਮੈਂਟ ਹੈ ਉਹਦੇ ਬਾਰੇ ਪਾਰਟੀ ਕੀ ਸੋਚੂਗੀ? ਨਹੀਂ, ਦੇਖੋ ਉਹ ਕੰਮ ਇਫੈਕਟਿਵ ਨਹੀਂ ਹੋਣਾ। ਇਹੀ ਤੇ ਇੱਕ ਸਰਕਾਰ ਨੇ ਆਪਣਾ ਦੇਤਾ ਨਾ ਫੈਸਲਾ ਵੀ ਅਸੀਂ ਤੇ ਕੰਪਰੋਮਾਈਜ਼ ਨਹੀਂ ਕਰਨਾ। ਸਰਕਾਰ ਨੇ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਆ ਨਾ, ਦੇਖੋ ਦੇਖੋ ਅੱਜ ਪੰਜਾਬ 'ਚ ਆਮ ਕਹਾਵਤ ਹੈ ਵੀ ਆਮ ਪੰਜਾਬੀ ਜੇ ਕਚਹਿਰੀਆਂ 'ਚ ਔਰ ਹਸਪਤਾਲਾਂ 'ਚ ਜਾਣੋਂ ਹਟ ਜੇ ਤੇ ਉਹਦਾ ਘਰ ਦਾ ਵਿਚਾਰੇ ਦਾ ਖਰਚਾ ਉੱਦਾਂ ਹੀ ਘਟ ਜਾਂਦਾ, ਖਤਮ ਹੋ ਜਾਂਦਾ। ਤੇ ਮਾਨ ਸਾਹਿਬ ਨੇ ਤੇ ਇਹ ਵੀ ਫੈਸਲਾ ਲਿਆ ਹੈ ਵੀ ਜਿਹੜੇ ਪੋਲੀਟੀਕਲ ਵੈਂਡੇਟਾ 'ਚ ਆਮ ਸਧਾਰਨ ਪੰਜਾਬੀਆਂ 'ਤੇ ਕੇਸ ਹੋਏ ਆ ਪਿੰਡਾਂ 'ਚ, ਉਹ ਵੀ ਖਤਮ ਕਰ ਦੇਣੇ ਆਉਣ ਵਾਲੇ ਟਾਈਮ 'ਚ। ਉਹਦੀਆਂ ਐਪਲੀਕੇਸ਼ਨਾਂ ਵੀ ਮੰਗ ਲਈਆਂ ਹਰ ਜ਼ਿਲ੍ਹੇ 'ਚ। ਤੇ ਹੈਲਥ ਸੈਕਟਰ ਵੀ ਸਾਡਾ ਕਾਫੀ ਜਿਹੜਾ ਪੂਅਰ ਹੈ, ਦਵਾਈ ਆਮ ਬੰਦੇ ਨੂੰ ਇਲਾਜ ਕਰਵਾਉਣਾ ਪ੍ਰਾਈਵੇਟ ਹਸਪਤਾਲਾਂ 'ਚ ਬੜਾ ਮੁਸ਼ਕਲ। ਸੋ ਉਹ ਸਰਕਾਰ ਦੀ ਕਮਿਟਮੈਂਟ ਹੈ, ਦਿੱਲੀ 'ਚ ਅਸੀਂ ਕਰਕੇ ਦਿਖਾਇਆ ਹੈਲਥ 'ਚ, ਐਜੂਕੇਸ਼ਨ 'ਚ ਵੀ ਕਰਾਂਗੇ, ਹੈਲਥ 'ਚ ਵੀ ਕਰਾਂਗੇ, ਬਿਜਲੀ 'ਚ ਵੀ ਕਰਾਂਗੇ, ਕਿਸਾਨੀ ਦੀ ਵੀ ਸ਼ੁਰੂਆਤ ਹੋ ਗਈ। ਉਹਦੇ 'ਚ ਕੋਈ ਫਰਕ ਨਹੀਂ ਆਊਗਾ, ਬਲਕਿ ਇਹ ਅੱਜ ਜਿਹੜਾ ਉਹਨਾਂ ਨੇ ਐਕਸ਼ਨ ਲਿਆ ਇਹਦੇ ਨਾਲ ਹੋਰ ਜਿਹੜੀ ਆ ਕਮਿਟਮੈਂਟ ਜਿਹੜੀ ਆ ਉਹ ਪੱਕੀ ਹੋ ਗਈ ਔਰ ਮੈਸੇਜ ਵੀ ਥੱਲੋਂ ਤੱਕ ਬੜਾ ਸਪਸ਼ਟ ਚਲਾ ਗਿਆ। ਹੁਣ ਸਿਹਤ ਵਿਭਾਗ ਹੈ ਜਿਹੜਾ ਪੋਰਟਫੋਲੀਓ ਹੈ ਜੀ ਹੈਲਥ ਦਾ, ਇਹਦੇ ਬਾਰੇ ਹੁਣ ਕੀ ਫੈਸਲਾ ਲਿਆ ਜਾਊਗਾ? ਜਿਹੜੇ ਪਹਿਲਾਂ ਤੋਂ ਹੀ ਜਿਹੜੇ ਮੰਤਰੀ ਨੇ ਉਹਨਾਂ ਚੋਂ ਹੀ ਕਿਸੇ ਨੂੰ ਅਲਾਟ ਕੀਤਾ ਜਾਊਗਾ, ਸੀਐਮ ਸਾਹਿਬ ਆਪਣੇ ਕੋਲੇ ਰੱਖਣਗੇ, ਜਾਂ ਨਵਾਂ ਜਿਹੜੀ ਕੈਬਨਿਟ ਐਕਸਪੈਂਡ ਕੀਤੀ ਜਾਊਗੀ? ਕੁਛ ਇਹਦੇ ਬਾਰੇ ਦੱਸੋ। ਇਹ ਤੇ ਪ੍ਰੋਰੋਗੇਟਿਵ ਮਾਨਯੋਗ ਮੁੱਖ ਮੰਤਰੀ ਜੀ ਦਾ ਹੁੰਦਾ ਆ। ਮੈਨੂੰ ਲੱਗਦਾ ਇਹਦੇ 'ਤੇ ਕੋਈ ਕਮੈਂਟ ਕਰਨਾ ਬਣਦਾ ਨਹੀਂ ਆ। ਉਹ ਜੋ ਉਚਿਤ ਸਮਝਣਗੇ, ਜੋ ਠੀਕ ਸਮਝਣਗੇ, ਉਹ ਮੁੱਖ ਮੰਤਰੀ ਜੀ ਜਲਦੀ ਫੈਸਲਾ ਲੈ ਲੈਣਗੇ, ਕੋਈ ਦਿੱਕਤ ਨਹੀਂ ਗੀ। ਲੇਕਿਨ ਕੰਮ ਕੋਈ ਰੁਕੂਗਾ ਨਹੀਂ, ਕੰਮ ਹੋਣਗੇ। ਕੰਮ ਹੈਲਥ ਸੈਕਟਰ ਦੇ ਵੀ ਹੋਣਗੇ, ਐਜੂਕੇਸ਼ਨ ਦੇ ਵੀ ਹੋਣਗੇ, ਕਿਸਾਨੀ ਦੇ ਵੀ ਹੋਣਗੇ, ਸਾਰੇ ਹੁਣ ਨੌਕਰੀਆਂ ਦੇਣ ਦੇ ਵੀ ਹੋਣਗੇ। ਉਹ ਚੱਲਣਾ, ਉਹ ਪ੍ਰੋਸੈਸ ਨਹੀਂ ਰੁਕਣਾ। ਇਹ ਸਾਡੀ ਕਮਿਟਮੈਂਟ ਹੈ। ਔਰ 5 ਸਾਲ ਲਈ ਜਿਹੜੀ ਲੋਕਾਂ ਨੇ ਸਾਨੂੰ ਸੱਤਾ ਦਿੱਤੀ ਆ, ਉਹ 5 ਸਾਲ ਬਾਅਦ ਪੰਜਾਬ ਦੇ ਲੋਕਾਂ ਨੇ ਸਾਡਾ ਮੁਲਾਂਕਣ ਵੀ ਕਰਨਾ। ਸਾਨੂੰ ਇਸ ਗੱਲ ਦਾ ਅਹਿਸਾਸ ਹੈ। ਸੋ ਕੰਮ ਨਹੀਂ ਰੁਕਣ ਦਿੱਤਾ ਜਾਊਗਾ। ਹੈਲਥ ਸੈਕਟਰ ਜਿਹੜੇ ਫੈਸਲੇ ਹਜੇ ਤੱਕ ਹੋਏ ਆ, ਆਉਣ ਵਾਲੇ ਟਾਈਮ 'ਚ ਇੰਪਲੀਮੈਂਟ ਵੀ ਹੋਣ। ਸਭ ਤੋਂ ਇੰਪੋਰਟੈਂਟ ਸਵਾਲ ਜੀ, ਕਿਉਂਕਿ ਵਿਧਾਇਕ ਸੀਗੇ ਮਾਨਸਾ ਸੀਟ ਤੋਂ, ਵਿਧਾਇਕੀ ਵੀ ਹੁਣ ਉਹਨਾਂ ਦੇ ਹੱਥੋਂ ਜਾਊਗੀ, ਉਹਦੇ ਬਾਰੇ ਕੀ ਫੈਸਲਾ ਲਿਆ ਜਾਊਗਾ? ਇਹ ਸਾਰੇ ਫੈਸਲੇ ਤੇ ਹੁਣ ਮਾਨਯੋਗ ਸਪੀਕਰ ਸਾਹਿਬ ਦੇ ਹੱਥ 'ਚ ਹੈ। ਔਰ ਇਹ ਕਾਨੂੰਨੀ ਮਸਲੇ ਆ, ਇਹਦੇ 'ਚ ਲੀਗਲ ਜਿਹੜੀ ਐਡਵਾਈਸ ਹੈ ਉਹ ਸਾਰੀ ਆਊਗੀ ਤੇ ਉਸ ਤੋਂ ਬਾਅਦ ਇਹ 'ਤੇ ਕੋਈ ਕਮੈਂਟ ਕੀਤਾ ਜਾ ਸਕਦਾ। ਪਰ ਅੱਜ ਦੇ ਹਾਲਾਤ ਜਿਹੜੇ ਉਹ ਸੀ, ਕੈਬਨਿਟ ਵਜ਼ੀਰ ਸੀਗੇ, ਕੈਬਨਿਟ ਵਜ਼ੀਰ ਤੇ ਐਲੀਗੇਸ਼ਨ ਲੱਗੇ, ਕਰਪਸ਼ਨ ਦੇ ਚਾਰਜਸ ਲੱਗੇ, ਉਹਨਾਂ ਨੇ ਕਬੂਲ ਲਿਆ। ਮਾਨਯੋਗ ਮੁੱਖ ਮੰਤਰੀ ਜੀ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਤਾ, ਮਿਨਿਸਟਰੀ 'ਚੋਂ ਬਰਖਾਸਤ ਕਰਤਾ ਤੇ ਕਾਨੂੰਨੀ ਕਾਰਵਾਈ ਸ਼ੁਰੂ ਹੋ ਗਈ। ਮੈਨੂੰ ਲੱਗਦਾ ਆਉਣ ਵਾਲੇ ਟਾਈਮ 'ਚ ਜਿਹੜਾ ਵੀ ਹੋਊਗਾ ਡਿਵੈਲਪਮੈਂਟ, ਅਸੀਂ ਉਸ ਤੋਂ ਬਾਅਦ ਹੀ ਕਮੈਂਟ ਕਰਾਂਗੇ। ਆਖਰੀ ਸਵਾਲ ਜੀ, ਤੁਸੀਂ ਅੱਜ ਸਾਰੇ ਪਾਰਟੀ ਦੇ ਜਿੰਨੇ ਵੀ ਨੁਮਾਇੰਦੇ ਹੋ, ਅੱਜ ਤੁਹਾਡੀ ਮੀਟਿੰਗ ਵੀ ਹੋਈ ਹੈ, ਕਈਆਂ ਨਾਲ ਗੱਲਬਾਤ ਹੋਈ ਹੈ, ਤੇ ਬਾਕੀਆਂ ਦਾ ਰਿਐਕਸ਼ਨ ਕਿਵੇਂ ਦਾ ਸੀਗਾ? ਉਹਨਾਂ ਨੇ ਕੀ ਟਿੱਪਣੀ ਕੀਤੀ ਹੈ ਸਾਰੇ ਘਟਨਾਕ੍ਰਮ ਤੇ? ਨਹੀਂ, ਰਿਐਕਸ਼ਨ ਤੇ ਬੜਾ ਸਪਸ਼ਟ ਹੈ। ਪੰਜਾਬ 'ਚ ਸਾਰੇ ਲੋਕਾਂ 'ਚ ਇਸ ਗੱਲ ਨੂੰ ਲੈ ਕੇ ਬਹੁਤ ਐਪਰੀਸ਼ੀਏਟ ਕੀਤਾ ਹੈ ਮਾਨ ਸਾਹਿਬ ਨੂੰ। ਔਰ ਲੋਕਾਂ ਨੂੰ ਉਮੀਦ ਵੀ ਸੀਗੀ ਵੀ ਭਗਵੰਤ ਸਿੰਘ ਮਾਨ ਜਿਹੜੇ ਮੁੱਖ ਮੰਤਰੀ ਆ ਪੰਜਾਬ ਦੇ, ਉਹ ਕੁਛ ਨਾ ਕੁਛ ਜੋ ਟ੍ਰੈਡੀਸ਼ਨਲੀ ਚੱਲਦਾ ਆ ਰਿਹਾ ਉਹ 'ਚ ਸੁਧਾਰ ਕਰਨਗੇ ਤੇ ਕੜੇ ਫੈਸਲੇ ਲੈਣਗੇ, ਠੋਸ ਕਦਮ ਉਹਨਾਂ ਨੇ ਉਠਾਇਆ। ਔਰ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਜਿਹੜੀਆਂ ਹੋਰ ਵਧੀਆਂ ਮਾਨ ਸਾਹਿਬ ਦੀ ਸਰਕਾਰ 'ਚ। ਬਹੁਤ ਬਹੁਤ ਸ਼ੁਕਰੀਆ ਜੀ ਗੱਲਬਾਤ ਕਰਨ ਦੇ ਲਈ। ਸੋ ਦੇਖਣ ਵਾਲੀ ਗੱਲ ਹੋਊਗੀ ਕਿ ਹੁਣ ਅੱਗੇ ਜਿਹੜੇ ਮੰਤਰੀ ਰਹਿ ਚੁੱਕੇ ਸੀਗੇ ਡਾਕਟਰ ਵਿਜੇ ਸਿੰਗਲਾ, ਉਹਨਾਂ ਨੂੰ ਕੀ ਹਾਲਾਤਾਂ ਦਾ ਸਾਹਮਣਾ ਕਰਨਾ ਪਊਗਾ। ਸ਼ੁਰੂਆਤ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਐਂਟੀ ਕਰਪਸ਼ਨ ਐਕਸ਼ਨ ਲਾਈਨ ਹੈ ਜਿਹੜੀ ਉਹ ਲਾਂਚ ਕੀਤੀ ਸੀਗੀ। ਲੋਕਾਂ ਨੂੰ ਕਿਹਾ ਸੀਗਾ ਕਿ ਰਿਕਾਰਡ ਕਰਕੇ ਭੇਜੋ, ਅਗਰ ਕੋਈ ਵੀ ਅਫਸਰ ਜਾਂ ਕੋਈ ਵੀ ਅਧਿਕਾਰੀ ਹੈ ਜਿਹੜਾ ਰਿਸ਼ਵਤ ਮੰਗਦਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ। ਵਿਰੋਧੀ ਲਗਾਤਾਰ ਸਵਾਲ ਕਰਦੇ ਸੀਗੇ ਕਿ ਕਾਫੀ ਦਿਨ ਹੋ ਚੁੱਕੇ ਨੇ, ਉਸ ਐਂਟੀ ਕਰਪਸ਼ਨ ਐਕਸ਼ਨ ਲਾਈਨ ਦੇ ਥਰੂ ਕਿੰਨੀਆਂ ਕੰਪਲੇਂਟਸ ਆਈਆਂ ਨੇ, ਕਿੰਨਿਆਂ ਦੇ ਖਿਲਾਫ ਐਕਸ਼ਨ ਲਿਆ ਗਿਆ, ਉਹ ਜਨਤਕ ਕੀਤਾ ਜਾਵੇ। ਪਰ ਫਿਲਹਾਲ ਭਗਵੰਤ ਮਾਨ ਨੇ ਇਹ ਜ਼ਰੂਰ ਮੈਸੇਜ ਦਿੱਤਾ ਹੈ ਕਿ ਆਪਣੇ ਹੀ ਮੰਤਰੀ ਦੇ ਖਿਲਾਫ ਜਦੋਂ ਸੀਰੀਅਸ ਐਲੀਗੇਸ਼ਨਸ ਲੱਗੇ ਕਰਪਸ਼ਨ ਦੇ, ਤਾਂ ਤੁਰੰਤ ਉਹਨਾਂ 'ਤੇ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਕੈਬਨਿਟ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਤੇ ਅੱਗੇ ਕੀ ਹੋ ਸਕਦਾ ਹੈ, ਫਿਲਹਾਲ ਕਿਸ ਤਰੀਕੇ ਦਾ ਮਾਹੌਲ ਹੈ, ਉਹਦੇ ਬਾਰੇ ਗੱਲਬਾਤ ਅਸੀਂ ਕਰ ਰਹੇ ਸੀ ਮਾਲਵਿੰਦਰ ਕੰਗ ਜੀ ਦੇ ਨਾਲ, ਜਿਹੜੇ ਚੀਫ ਸਪੋਕਸਪਰਸਨ ਨੇ ਆਮ ਆਦਮੀ ਪਾਰਟੀ ਪੰਜਾਬ ਦੇ। ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂ ਸ਼ਾਹੀ ਟਾਈਮਸ।